ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ ਸ਼ਲੋਕ ਵੀ ਮੈਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਸ਼ਲੋਕ ਮਹੱਲਾ ਪਹਿਲਾ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਹੱਲਾ ਦੂਜਾ। ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋ ਨਾਏ। ਫਲੀ ਗਏ ਫੁੱਲੀ ਗਏ ਬਪੁੜੇ ਵੀ ਤਨ ਵਿੱਚ ਸੁਆਉ ਪੌੜੀ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਉ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ। ਤੂੰ ਜਾਣੋਈ ਸਭ ਸੇ ਦੇ ਲੈ ਸੈਂ ਜਿੰਦ ਕੋ ਆਉ। ਕਰ ਆਸਣ ਡਿਠੋ ਚਾਉ ਕਰ ਆਸਣ ਡਿਠੋ ਚਾਉ। ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਦੁੱਤੀ ਰਚਨਾਵਾਂ ਦੇ ਚੋਂ ਇੱਕ ਮਹਾਨ ਅਮਰ ਕਲਾਮ ਆਪ ਜੀ ਦੀ ਪਾਵਨ ਬਾਣੀ, ਜਿਸ ਦਾ ਨਾਮ ਆਸਾ ਦੀਵਾਰ ਹੈ। ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਆਸਾ ਰਾਗ ਦੇ ਜਨਮਦਾਤਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਿਉਂਕਿ ਸੰਗੀਤ ਦੇ ਗ੍ਰੰਥਾਂ ਵਿੱਚ ਆਸਾ ਤੇ ਮਾਝ ਰਾਗ ਮਿਲਦਾ ਨਹੀਂ। ਲਿਹਾਜ਼ਾ ਸਿਆਣਿਆਂ ਦਾ ਐਸਾ ਕਹਿਣਾ, ਇਹ ਦੋ ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਣ ਨੇ। ਇਸ ਰਾਗ ਦੇ ਸਤਿਗੁਰੂ ਦੇਵ ਜੀ ਮਹਾਰਾਜ ਨੇ ਜਿਹੜੀ ਆਪਣੀ ਅਗੰਮੀ ਰਚਨਾ ਉਚਾਰਨ ਕੀਤੀ ਹੈ, ਉਸ ਦਾ ਨਾਂ ਹੈ ਆਸਾ ਦੀ ਵਾਰ। ਵਾਰ ਉਹ ਕਲਾਮ, ਉਹ ਬਾਣੀ ਜੋ ਜੰਗੀ ਤਰਜ਼ ਨਾਲ ਉਚਾਰਨ ਕੀਤੀ ਜਾਂਦੀ ਹੈ, ਔਰ ਇਹ ਕੁਝ ਸੁਭਾਵਕ ਹੀ ਐਸਾ ਹੋ ਗਿਆ ਹੈ ਕਿ ਵਾਰ ਸ਼ਬਦ ਦੇ ਅਰਥ ਇੱਥੇ ਵੀ ਜੰਗੀ ਨੇ। ਜੰਗੀ ਤਰਜ਼ ਦੇ ਨਾਲ ਉਚਾਰਨ ਕੀਤੀ ਹੋਈ ਬਾਣੀ। ਹਿੰਦੁਸਤਾਨ ਜਿੱਥੇ ਸੰਤਾਂ ਮਹਾਂਪੁਰਸ਼ਾਂ ਦਾ ਦੇਸ਼ ਹੈ, ਉੱਥੇ ਸੂਰਬੀਰ ਮਹਾਬਲੀ ਤੇ ਯੋਧਿਆਂ ਦਾ ਦੇਸ਼ ਵੀ ਇਹ ਰਿਹਾ ਹੈ। ਇਸ ਦੇ ਵਿੱਚ ਗਾਹੇ ਬਗਾਹੇ ਜੋ ਯੋਧੇ ਪੈਦਾ ਹੁੰਦੇ ਰਹੇ, ਸੂਰਮੇ ਪੈਦਾ ਹੁੰਦੇ ਰਹੇ, ਢਾਡੀ ਲੋਕ ਜੋ ਵਾਸਤਵਿਕ ਕਿਸੇ ਹੱਦ ਤੱਕ ਛੰਦਾਬੰਦੀ ਸਵੈਮ ਕਰਕੇ ਤੇ ਸੂਰਮੇ ਦੀ ਕਿਸੇ ਮਹਾਂਪੁਰਸ਼ ਦੀ ਉਪਮਾ ਕਰਨੀ, ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਿਹਾ ਜਾਂਦਾ ਸੀ ਢਾਡੀ। ਇਹ ਧੁਨ ਵੀ ਖੁਦ ਬਣਾਉਂਦੇ ਸਨ, ਇਹ ਤਰਜ਼ ਖੁਦ ਆਪਣੇ ਅੰਦਰੋਂ ਪੈਦਾ ਕਰਦੇ ਸਨ। ਲਿਹਾਜ਼ਾ ਆਸਾ ਦੀ ਵਾਰ ਦੇ ਉੱਤੇ ਜਿਹੜੀ ਧੁਨ ਚੜੀ ਹੋਈ ਹੈ, ਉਸ ਧੁਨ ਦਾ ਨਾਮ ਹੈ ਟੁੰਡੇ ਅਸਰਾਜੇ ਕੀ ਧੁਨੀ। ਇੱਕ ਅਸਰਾਜ ਨਾਮ ਦਾ ਰਾਜਾ ਹੋਇਆ ਜੋ ਵਾਸਤਵਿਕ ਟੁੰਡਾ ਸੀ, ਇੱਕ ਹੱਥ ਸੀ ਉਸਦਾ। ਲੇਕਿਨ ਇੱਕ ਹੱਥ ਦੇ ਹੁੰਦਿਆਂ ਹੋਇਆਂ ਵੀ ਉਹਦੀ ਸੂਰਬੀਰਤਾ ਦਾ ਸਿੱਕਾ ਚਾਰੋਂ ਪਾਸੇ ਜਮਿਆ ਹੋਇਆ ਸੀ। ਉਹਦੀ ਸਿਆਣਪ ਬੜੀ ਦੂਰ ਦਰਾਜ਼ ਤੱਕ ਫੈਲੀ ਹੋਈ ਸੀ, ਔਰ ਉਸਨੇ ਆਪਣੀ ਸਿਆਣਪ ਤੇ ਆਪਣੇ ਬਾਹੂਬਲ ਦੇ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਹੋਇਆ ਸੀ, ਔਰ ਚਾਰੋਂ ਪਾਸੇ ਉਸ ਦਾ ਦਬਦਬਾ ਸੀ। ਸਿਆਣੇ
ਢਾਡੀ ਲੋਕਾਂ ਨੇ ਆਪ ਦੀ ਉਪਮਾ ਦੇ ਵਿੱਚ, ਅਸਰਾਜ ਦੀ ਉਪਮਾ ਦੇ ਵਿੱਚ ਜੋ ਗੀਤ ਗਾਏ ਤੇ ਜਿਸ ਤਰਜ਼ ਦੇ ਚ ਗਾਏ, ਜਿਸ ਧੁਨ ਦੇ ਚ ਗਾਏ, ਉਸ ਧੁਨ ਦਾ ਨਾਮ ਪੈ ਗਿਆ ਟੁੰਡੇ ਅਸਰਾਜੇ ਕੀ ਧੁਨੀ। ਉਂਝ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਵਾਰਾਂ ਦੇ ਉੱਪਰ ਇਸ ਤਰੀਕੇ ਦੀਆਂ 9 ਧੁਨਾਂ ਚੜੀਆਂ ਹੋਈਆਂ ਨੇ, ਜਿਹਦੇ ਚ ਇੱਕ ਇਹ ਧੁਨ ਹੈ, ਫਿਰ ਚੰਦਰਹਾੜਾ ਸੋਈਆਂ ਕੀ ਧੁਨੀ ਗਾਵਣੀ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ। ਇਹ ਇਤਿਆਦਕ ਇਹ ਧੁਨਾਂ ਨੇ। ਇੱਕ ਤਰਜ਼, ਐਸੀ ਤਰਜ਼ ਜੋ ਕਿਸੇ ਸੰਗੀਤਕਾਰ ਦੇ ਨਾਲ ਹੀ ਜੁੜ ਕੇ ਰਹਿ ਗਈ ਔਰ ਉਸ ਦੇ ਨਾਲ ਜੁੜ ਕੇ ਰਹਿ ਗਈ, ਜਿਸ ਦੀ ਉਪਮਾ ਵਿੱਚ ਉਹ ਗੀਤ ਤੇ ਤਰਜ਼ ਉਚਾਰਨ ਕੀਤੀ ਗਈ। ਇਹ ਧੁਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀਆਂ ਪਿਆਰੀਆਂ ਲੱਗੀਆਂ, ਇਤਨੀਆਂ ਚੰਗੀਆਂ ਲੱਗੀਆਂ ਕਿ ਆਪ ਨੇ ਉਹਨਾਂ ਧੁਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥਾਂ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਕਵਿਤਾ ਸਾਹਿਤ ਦੇ ਅਦੁੱਤੀ ਖਜ਼ਾਨੇ ਨੇ, ਗਿਆਨ ਦੇ ਮਹਾਸਾਗਰ ਨੇ, ਉੱਥੇ ਸੰਗੀਤ ਦੇ ਵੀ ਮਹਾਨ ਅਥਾਹ ਨਾ ਮੁਕਣ ਵਾਲੇ ਸਾਗਰ ਨੇ। ਕਿਸੇ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਈਏ, ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਤੇ ਜ਼ਿੰਦਗੀ ਦੇ ਹਰ ਮਸਲੇ ਦੀ ਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਪ੍ਰਾਪਤ ਹੁੰਦੀ ਹੈ। ਚਾਹੇ ਗਿਆਨ ਦੇ ਪੱਖ ਨੂੰ ਲਈਏ, ਵਿਗਿਆਨ ਦੇ ਪੱਖ ਨੂੰ ਲਈਏ, ਸਮਾਜ ਦੇ ਪੱਖ ਨੂੰ ਲਈਏ, ਰਾਜਨੀਤੀ ਦੇ ਪੱਖ ਨੂੰ ਲਈਏ, ਸੰਗੀਤ ਸਾਹਿਤ ਤੇ ਕਲਾ ਦੇ ਪੱਖ ਤੋਂ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪੱਖ ਦੇ ਵਿੱਚ ਸੰਪੂਰਨ ਨੇ, ਮੁਕੰਮਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਗੰਮੀ ਬਾਣੀਆਂ ਜਪਜੀ ਸਾਹਿਬ, ਸਿੱਧ ਗੋਸ਼ਟ, ਤੁਖਾਰੀ ਬਾਰਾਮਾਹ, ਇਸ ਤਰ੍ਹਾਂ ਦੀਆਂ ਮਹਾਨ ਬਾਣੀਆਂ ਦੇ ਚੋਂ ਹੀ ਆਪ ਦੀ ਇੱਕ ਮਹਾਨ ਬਾਣੀ ਹੈ ਆਸਾ ਦੀਵਾਰ। ਇਸ ਦੇ ਵਿੱਚ ਦਰਸ਼ਨ, ਫਿਲਸਫਾ, ਅਧਿਆਤਮਿਕਤਾ ਔਰ ਭਾਵ, ਇਹਨਾਂ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਣੀ ਹੋਈ ਮਰਿਆਦਾ ਦੇ ਮੁਤਾਬਕ ਇਸ ਬਾਣੀ ਦੇ ਉੱਪਰ ਵੀ ਪਹਿਲੇ ਮੰਗਲਾਚਰਨ ਹੈ, ਮੂਲ ਮੰਤਰ ਹੈ, ਲਿਹਾਜ਼ਾ ਉਸ ਦੇ ਅਖਰੀ ਅਰਥ ਇੱਕ ਓੰਕਾਰ, ਉਹ ਇੱਕ ਹੈ ਜਿਸ ਤੋਂ ਉਤਪਤੀ, ਪਾਲਣਾ ਤੇ ਨਾਸ ਹੋ ਰਿਹਾ ਹੈ। ਉਹ ਸਤ ਸਰੂਪ ਹੈ, ਉਹਦਾ ਨਾਮ ਸਤ ਹੈ। ਉਹ ਕ੍ਰਿਤ ਨਹੀਂ, ਕਰਤਾ ਹੈ, ਔਰ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਲੇਕਿਨ ਕਲਪਨਾ ਮਾਤਰ ਨਹੀਂ ਹੈ, ਮੂਰਤੀਮਾਨ ਹੈ। ਉਹ ਜਨਮ ਦੇ ਚ ਨਹੀਂ ਹੈ ਔਰ ਸੁਤੇ ਸਿਤ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਉਹ ਗੁਰੂ ਹੈ ਤੇ ਪ੍ਰਸਾਦ, ਉਹ ਦਇਆ ਦੀ ਮੂਰਤੀ ਹੈ, ਉਹ ਰਹਿਮਤ ਦਾ ਖਜ਼ਾਨਾ ਹੈ। ਆਸਾ ਮਹੱਲਾ ਪਹਿਲਾ, ਵਾਰ ਸਲੋਕਾ ਨਾਲ, ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹ ਵਾਰ ਮਹੱਲੇ ਪਹਿਲੇ ਦੀ ਹੈ। ਇਹ ਸਾਰੀ ਦੀ ਸਾਰੀ ਵਾਰ ਜਿਸ ਦੇ ਵਿੱਚ ਜਿਤਨੀਆਂ ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਲੇਕਿਨ ਇਹ ਸ਼ਬਦ ਜਿਹੜੇ ਨਾਲ ਜੁੜੇ ਨੇ, ਸਲੋਕ ਵੀ ਮਹੱਲੇ ਪਹਿਲੇ ਕੇ, ਸਿਰਫ ਪੌੜੀ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਨਹੀਂ, ਸਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਨੇ, ਸਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਜੋੜੇ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਮੂਲੀਅਤ ਨਹੀਂ ਹਾਸਲ ਕਰ ਸਕੇ, ਐਸੇ ਸਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ ਵਿੱਚ ਦਰਜ ਕਰਕੇ ਤੇ ਉਹਨਾਂ ਦਾ ਸਿਰਲੇਖ ਲਿਖਿਆ, ਸਲੋਕ ਵਾਰਾਂ ਤੋਂ ਵਧੇਕ। ਉਹ ਸਲੋਕ ਜੋ ਵਾਰਾਂ ਦੇ ਵਿੱਚ ਨਹੀਂ ਸਮਾ ਸਕੇ, ਵਾਰਾਂ ਦੇ ਨਾਲ ਨਹੀਂ ਜੋੜੇ ਜਾ ਸਕੇ। ਤੋ ਆਸਾ ਰਾਗ ਦੇ ਅੰਦਰ ਇਹ ਵਾਰ ਉਚਾਰਨ ਕੀਤੀ ਹੋਈ ਹੈ ਤੇ ਦਿੱਤੇ ਹੋਏ ਇਸ ਸਿਰਲੇਖ ਦੇ ਮੁਤਾਬਕ ਸ਼ਲੋਕ ਵੀ ਪਹਿਲੇ ਪਾਤਸ਼ਾਹ ਜੀ ਦੇ ਨੇ। ਸ਼ਲੋਕ ਮਹੱਲਾ ਪਹਿਲਾ, ਪ੍ਰਥਮ ਸ਼ਲੋਕ। ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਪ੍ਰਥਮ ਸ਼ਲੋਕ ਦੇ ਵਿੱਚ ਗੁਰੂ ਦੀ ਉਪਮਾ, ਗੁਰੂ ਦੀ ਮਹਿਮਾ। ਦਰਅਸਲ ਮਾਂ-ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਗੁਰੂ ਦੇਵਤੇ ਨੂੰ ਜਨਮ ਦਿੰਦਾ ਹੈ।
ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸੰਤ ਨੂੰ ਜਨਮ ਦਿੰਦਾ ਹੈ। ਮਾਂ ਬਾਪ ਭੌਤਿਕ ਸਰੀਰ ਨੂੰ ਜਨਮ ਦਿੰਦੇ ਨੇ, ਗੁਰੂ ਅਧਿਆਤਮਵਾਦ ਨੂੰ ਜਨਮ ਦਿੰਦਾ ਹੈ, ਰੂਹਾਨੀ ਸਰੀਰ ਨੂੰ ਜਨਮ ਦਿੰਦਾ ਹੈ। ਲਿਹਾਜ਼ਾ ਗੁਰੂ ਦੀ ਮਹਿਮਾ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਬਲਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਹਾਰਨੇ ਜਾਣਾ, ਸਦਕੇ ਜਾਣਾ, ਦਿਵਹਾੜੀ ਸਦਵਾਰ, ਇੱਕ ਦਿਨ ਦੇ ਵਿੱਚ ਮੈਂ ਸੈਂਕੜੇ ਸੈਂਕੜੇ ਦਫਾ ਕੁਰਬਾਨ ਜਾਣਾ, ਸਦਕੇ ਜਾਣਾ, ਬਲਹਾਰ ਜਾਣਾ। ਕਿਉਂ? ਇਤਨੀ ਗੱਲ ਸਪਸ਼ਟ ਹੈ ਕਿ ਜਿਸ ਤੋਂ ਕੁਝ ਪ੍ਰਾਪਤ ਹੋਵੇ ਉਹੀ ਪਿਆਰਾ ਲੱਗਦਾ ਹੈ ਤੇ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਤੇ ਜਿਹੜਾ ਕੁਝ ਖੋ ਲਵੇ, ਜਿਹੜਾ ਕੁਝ ਛੀਨਾ ਝਪਟੀ ਕਰੇ, ਉਸ ਤੋਂ ਸਦਕੇ ਹੋਣ ਨੂੰ ਜੀ ਨਹੀਂ ਕਰਦਾ, ਬਲਕਿ ਉਹਨੂੰ ਸਵੈਮ ਹੀ ਖਤਮ ਕਰਨ ਨੂੰ ਜੀ ਕਰਦਾ ਹੈ। ਜਗਤ ਦੇ ਵਿੱਚ ਸਾਡਾ ਵੈਰ ਉਸ ਦੇ ਨਾਲ ਆਉਂਦਾ ਹੈ ਜਿਹੜਾ ਸਾਡੇ ਕੋਲ ਕੁਝ ਖੋਵੇ, ਜਗਤ ਦੇ ਸਾਡਾ ਪਿਆਰ ਉਸ ਦੇ ਨਾਲ ਆਉਂਦਾ ਹੈ ਜਿਹੜਾ ਕੁਝ ਦੇਵੇ। ਹਕੀਕਤ ਹੈ ਗੁਰੂ ਪਰਮਾਤਮਾ ਛੀਨਾ ਝਪਟੀ ਨਹੀਂ ਜਾਣਦੇ, ਦੇਣਾ ਹੀ ਜਾਣਦੇ ਨੇ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਇਤਨਾ ਵੱਡਾ ਦਾਤਾ ਹੈ, ਪਹਾੜਾਂ ਜਿੱਤੀ ਦੌਲਤ ਸੁਖ ਸ਼ਾਂਤੀ ਦੇ ਕੇ ਵੀ, ਰਾਈ ਜਿਤਨਾ ਵੀ, ਤਿਨਕੇ ਜਿਤਨਾ ਵੀ ਤਮਾ ਨਹੀਂ ਰੱਖਦਾ, ਭਾਵ ਮੰਗ ਨਹੀਂ ਰੱਖਦਾ। ਤੋ ਸਾਹਿਬ ਕਹਿੰਦੇ ਨੇ, ਮੈਂ ਸਦਕੇ ਜਾਣਾ ਇੱਕ ਦਿਨ ਦੇ ਵਿੱਚ ਸੈਂਕੜੇ ਸੈਂਕੜੇ ਵਾਰੀ ਉਸ ਗੁਰੂ ਤੋਂ ਜਿਸ ਨੇ ਜਿਨ ਮਾਨ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜਿਸ ਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ, ਲੇਕਿਨ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲਾਈ। ਇੱਕ ਪੱਥਰ ਨੂੰ ਹੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਤੇ ਕੁਝ ਮਹੀਨੇ ਲੱਗਦੇ ਨੇ, ਕਈ ਦਫਾ ਕੁਝ ਸਾਲ ਲੱਗਦੇ ਨੇ। ਦਰਅਸਲ ਗੁਰੂ ਮਨੁੱਖ ਨੂੰ ਘੜਦਾ ਹੈ ਤੇ ਗੁਰੂ ਦੇ ਘੜਨ ਦਾ ਢੰਗ ਬੜਾ ਅਦੁੱਤੀ ਹੈ, ਆਪਣੇ ਮਨੋਹਰ ਬੋਲ ਤੇ ਅੰਮ੍ਰਿਤਮਈ ਦ੍ਰਿਸ਼ਟ। ਇਹਦੇ ਨਾਲ ਜਦ ਉਹ ਕਿਸੇ ਵਿਅਕਤੀ ਨੂੰ ਘੜਨਾ ਚਾਹੁੰਦਾ ਹੈ ਤਾਂ ਸਾਹਿਬ ਇੱਥੇ ਕਹਿੰਦੇ ਨੇ ਫਿਰ ਦੇਰ ਨਹੀਂ ਲੱਗਦੀ, ਮਨੁੱਖ ਨੂੰ ਦੇਵਤਾ ਬਣਦਿਆਂ ਦੇਰ ਨਹੀਂ ਲੱਗਦੀ। ਇਸ ਨੂੰ ਸਾਹਿਬ ਇੰਜ ਵੀ ਕਹਿੰਦੇ, ਨਾਨਕ ਨਦਰੀ ਨਦਰ ਦੇ ਨਿਹਾਲ। ਆਮ ਜਗਤ ਤੇ ਇਤਨਾ ਹੀ ਜਾਣਦਾ ਹੈ ਕਿ ਜ਼ਬਾਨ ਨਾਲ ਕੁਝ ਬੋਲੇ ਜਾਂਦੇ ਨੇ, ਪਰ ਨਹੀਂ, ਅਧਿਆਤਮਕ ਦੁਨੀਆ 'ਚ ਐਸਾ ਵੀ ਆਖਿਆ ਜਾਂਦਾ ਹੈ ਕਿ ਅੱਖਾਂ ਵੀ ਬੋਲਦੀਆਂ ਨੇ, ਔਰ ਅੱਖਾਂ ਦੀ ਭਾਸ਼ਾ ਕੁਝ ਹੋਰ ਹੈ। ਅੱਖਾਂ ਨਫ਼ਰਤ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪਿਆਰ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪ੍ਰੇਮ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਆਪਣੇ ਵਿੱਚੋਂ ਅੰਮ੍ਰਿਤ ਦੀਆਂ ਲਹਿਰਾਂ ਵੀ ਛੱਡਦੀਆਂ ਨੇ, ਅੱਖਾਂ ਦੇ ਵਿੱਚੋਂ ਜ਼ਹਿਰ ਵੀ ਉਬਲ ਉਬਲ ਕੇ ਪੈਂਦੀ ਹੈ। ਔਰ ਜੈਸੇ ਜੈਸੇ ਮਨੁੱਖ ਦਾ ਮਾਨਸਿਕ ਮੰਡਲ ਅਤੀ ਸੂਖਸ਼ਮ ਆਉਂਦਾ ਹੈ, ਮਨੁੱਖ ਨੂੰ ਅੱਖਾਂ ਦੀ ਭਾਸ਼ਾ ਪੜ੍ਹਨ ਦੀ ਜਾਚ ਆ ਜਾਂਦੀ ਹੈ, ਔਰ ਇਹ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਕਲਾ ਹੈ। ਗੁਰੂ ਜਦ ਕਿਸੇ ਨੂੰ ਘੜਦਾ ਹੈ ਤਾਂ ਬਚਨ ਰਾਹੀਂ ਘੜਦਾ ਹੈ, ਦ੍ਰਿਸ਼ਟ ਰਾਹੀਂ ਘੜਦਾ ਹੈ। ਬਚਨ ਰਾਹੀਂ ਵਿਚਾਰ ਸ਼ੁੱਧ ਕਰ ਦਿੱਤੇ ਔਰ ਦ੍ਰਿਸ਼ਟ ਰਾਹੀਂ ਆਚਾਰ ਸ਼ੁੱਧ ਕਰ ਦਿੱਤਾ ਹੈ। ਬਚਨ ਰਾਹੀਂ ਮਨ ਬਦਲ ਦਿੱਤਾ ਔਰ ਦ੍ਰਿਸ਼ਟ ਦੇ ਰਾਹੀਂ ਦੇਵਤਾ ਬਣਾ ਦਿੱਤਾ, ਚਾਨਣਾ ਦੇ ਦਿੱਤਾ, ਪ੍ਰਕਾਸ਼ ਦੇ ਦਿੱਤਾ, ਨੂਰ ਦੇ ਦਿੱਤਾ। ਤੋ ਸਾਹਿਬ ਇੱਥੇ ਕਹਿੰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਰੰਚਕ ਮਾਤਰ ਵੀ ਦੇਰ ਨਹੀਂ ਲੱਗੀ ਉਸ ਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਹੋਇਆਂ। ਮਹੱਲਾ ਦੂਜਾ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਦੇ ਵਿੱਚ ਆਪ ਫਰਮਾਨ ਕਰਦੇ ਨੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਪ੍ਰਿਥਵੀ ਦੇ ਉੱਤੇ ਦੋ ਹੀ ਮਹਾਨ ਦੀਪਕ ਨੇ ਜੋ ਚਾਨਣਾ ਵੰਡਦੇ ਨੇ, ਸੂਰਜ ਤੇ ਚੰਦਰਮਾ। ਭੌਤਿਕ ਪਦਾਰਥ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦੇ ਨੇ, ਸੰਸਾਰ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦਾ ਹੈ, ਪਰ ਨਿਰੰਕਾਰ ਤੇ ਗੁਰੂ ਦੀ ਰੋਸ਼ਨੀ ਨਾਲ ਹੀ ਦਿਖਾਈ ਦੇਗਾ, ਗੁਰੂ ਦੇ ਚਾਨਣੇ ਨਾਲ ਹੀ ਦਿਖਾਈ ਦੇਗਾ। ਇੰਜ ਕਹਿ ਲਈਏ, ਗੁਰੂ ਇੱਕ ਜੋਤੀ ਹੈ, ਗੁਰੂ ਇੱਕ ਜੋਤ ਹੈ, ਗੁਰੂ ਇੱਕ ਫਿਲਸਫਾ ਹੈ, ਗੁਰੂ ਇੱਕ ਨੂਰ ਹੈ, ਗੁਰੂ ਇੱਕ ਤਨ ਨਹੀਂ,
गुरु एक महान रोशनी है, महान विचार है, महान नूर है। सूरज का चानना बाहर पदार्थ का ज्ञान दे दिंदा है, उसकी असलीयत साडे सामने रख दिंदा है। अंधकार दे विच कुछ भी नहीं पता चलता किहड़ी चीज कित्थे पई है और किहड़ी चीज की है। इस सब कुछ का बोध सूरज की रोशनी दे विच पता चलता है। पर मैं कौन हाँ, मैं की हाँ, ये ते गुरु ज्योति, गुरु के चानने तो ही पता चलता है, गुरु की रोशनी तो ही पता चलता है। पृथ्वी ते सूरज का चानना हर वक्त नहीं आता, पृथ्वी ते रात आ जाती है। पर इतनी गल स्पष्ट है, सूरज दे हर वक्त चानना है, पर जब पृथ्वी सूरज तो कंड कर लेंदी है तो पृथ्वी के उस हिस्से विच अंधकार छा जाता है। गुरु ते एक जोत है, नूर है, और उस दे हर वक्त ये नूर है, वो नूर हर वक्त वंड रहा है। पर जद मनुख बेमुख हो जाता है, जद मनुख पिठ कर लेंदा है, तो उस नूर तो वांझा रह जाता है, उस चानने तो वांझा रह जाता है। अखां बंद कर दईए, सूरज की रोशनी नालों संबंध टुट जाता है, ते मन मुख बन जाइए, मन के अधीन होके चलीए, तो फिर गुरु की रोशनी नालों, गुरु के चानने नालों भी संबंध टुट जाता है। ये दो तरह की रोशनी है। एक रोशनी वो जो साडी अखां नूं मिलती है ते पदार्थ का उस तो बोध मिलता है। एक रोशनी वो जो साडे मन नूं मिलती है ते उहदे नाल परमात्मा का बोध मिलता है, ईश्वर का बोध मिलता है। इस वास्ते साहिब कहते ने, जे सो चंदा उगवे सूरज चढ़े हजार, चाहे एक चंद्रमा नहीं सैकड़े चंद्रमा आकाश दे उत्ते उतर आन, और सूरज एक नहीं हजारां सूरज आके अपनी रोशनी वंडन, पर इते चानण होंदियां गुरु बिन घोर अंधार। चाहे इतना ही चानना क्यों ना हो, इतना ही प्रकाश क्यों ना हो, गुरु ज्योति तो बिना अंधकार बनिया रहिंदा है, अपने आप का पता ही नहीं चलता। मैं की हाँ, मैं कौन हाँ। बंदे नूं इस गल का बोध ना होवे ते मनुख की दुनिया च कितना वड्डा अंधकार है। कई दफा देखीदा है, बंदे नूं पहाड़ां दा पता है, सागर दा पता है, दरियावां दा पता है, मुल्कां दा पता है, कौमां दा पता है, पशु पंखियां दा भी मनुख दे कोल बोध है, ग्रह नक्षत्रां दा भी मनुख दे कोल बोध है। पर कितनी गजब दी गल है कि मनुख दे कोल अपने आप दा कोई बोध नहीं, अपने आप दा कोई ज्ञान नहीं। ये कौन है? किसे विज्ञानक कोल पुछांगे ते उसका जिहड़ा जवाब होवेगा वो अधूरा होवेगा, इंज कह लईए वो गलत होवेगा। पर जे किसे भगत कोलों पुछिए, संत कोल पुछिए, तो ओदा ते कहना यही होवेगा, कहो कबीर एह राम के अंश, जस कागद पर मिटे न मनस। मैं ते राम दी अंश हाँ, मैनू पता चल गया है मैं उस सूरज दी किरण हाँ, मैनू पता चल गया है मैं उस सागर दी लहर हाँ। पर यह पता चलता है गुरु चानने दे विच, इसका बोध मिलता है गुरु ज्योति नाल। इस वास्ते साहिब कहते हैं कि एक चंद्रमा नहीं सैकड़े चंद्रमा, एक सूरज नहीं हजारां सूरज जे आसमान दे उत्ते आके अपनी रोशनी वंडन, तां भी अपने आप का बोध नहीं मिलता, पता ही नहीं चलता कि मैं कौन हाँ, मैं की हाँ। ये गुरु ज्योति नाल ही पता चलता है। इस वास्ते गुरु एक ऐसा महान नूर है जिस तो हजारां सूरज कुर्बान किए जा सकते हैं। गुरु एक ऐसा महान चानना है जिहदे सामने हजारां चंद्रमा तुच्छ ने। जे सो चंदा उगवे सूरज चढ़े हजार, एते चानण होंदियां गुरु बिन घोर अंधार। मल्ला पहला, नानक गुरु न चेतने मन अपने सुचेत। मनुख दा हठ, मनुख दा अहंकार ऐसा सोचण ते उसनू मजबूर कर देंदा है कि मैं सुचेत हाँ, सावधान हाँ, मैं सब कुछ जानदा, मैनू सब कुछ पता है। ते गुरु दा चिंतन नहीं करता, गुरु नू याद नहीं करता, गुरु नाल जुड़दा नहीं। इस वास्ते नहीं जुड़दा, मन अपने सुचेत, अपने मन विच मनी बैठा है कि मैं ते सुचेत हाँ, मैं ते सावधान हाँ, मैं ते सब कुछ जानदा, मैनू सब कुछ दा पता है। महाराज कहंदे ने
इस तरह की सोच विचार वाला मनुख जिहड़ी जिंदगी बतीत करता है वो इस तरह है कि छुट्टे तिल बुआड़ ज्यों सुन्ने अंदर खेत। किसे सुन्ने खेत दे तिल बुआड़ तिल, वो तिल जिसकी डोडी के अंदर राख होंदी है, फल नहीं होंदा। और उगया भी होवे किसे ऐसे खेत दे जो सुन्ना है, जिसकी कोई मलकीयत नहीं, जिसका कोई मालिक नहीं। महाराज कहते ने ये तिल सुन्ना है, हर वक्त सुन्नापन इसनों महसूस होगा। गुरु के चानने तो बिना, गुरु की रोशनी तो बिना, चाहे ये परिवार विच बैठेगा, बाजार विच बैठेगा, संसार विच बैठेगा, इनू सुन्नापन महसूस होगा। और सुन्नापन इसनू बेचैन करेगा, दुखी करेगा। अक्सर देखा है मनुख साथ लभदा है, मित्र का साथ, पुत्र का साथ, बाजार का साथ, संसार का साथ, आखिर कुछ ना कुछ चाहिए। लेकिन सब कुछ दे नाल बैठ के रह के भी मन का सुन्नापन दूर नहीं आता। ये तो उदों ही दूर होगा जद ये निरंकार दे नाल बैठेगा, जद ये करतार दे नाल बैठेगा। ते करतार दे नाल बैठना की है? करतार दी याद दे च बैठना, उहदे सिमरन दे च बैठना। तो साहिब कहते नानक गुरु न चेतै, गुरु का तो चिंतन करता ही नहीं, गुरु का तो सिमरन करता नहीं। और न करने का कारण कि मन अपने सुचेत। जैसे जैसे मनुख की यह सोचनी वधदी है कि मैं सब कुछ जानदा, वैसे वैसे सब कुछ जानन तो यह रह जाता है। हकीकत है जैसे जैसे इसका अहंकार वधदा है कि मैनू बहुत कुछ पता है, दरअसल बहुत कुछ तो इसका संबंध टूट जाता है। जैसे जैसे इहदे संसारी अकल ते संसारी पढ़ाई इसनू मजबूर कर दी है कि मेरे को बहुता ज्ञान है, मेरे को बहुता ज्ञान है। दरअसल बहुते ज्ञान की होंद ते बहुते ज्ञान का मान बहुते अज्ञान नू इकट्ठा कर देंदा है, बहुती नासमझी नू इकट्ठा कर देंदा है। तो साहिब कहते ने मन दे समझी बैठा है कि मैं सब कुछ जानदा, मैनू सब कुछ पता है, ते गुरु का चिंतन नहीं करता। ऐसा मनुख इस ढंग नाल जिंदगी बतीत करता है जिवें किसी सुन्ने खेत दे च वो तिल जमे होवे जिहदे अंदर फल कोई नहीं, कालक ही कालक है, बुआड़ है। खेते अंदर छुटिया कहो नानक सो नान। इस तरह ये तिल खेत दे छुट्टड़ है, कोई मालिक नहीं है। कहो नानक सो नान, ओदा सौ नहीं है कोई, उसका कोई मालिक नहीं है। फलिए फुलिए बपुड़े भीतन विच सुआओ। साहिब कहते फलदा ते वो भी है, ऐसा नहीं कि वो तिल फलदा नहीं, फलदा है। उन्होंने फुल भी लगते हैं, पत्ते भी लगते हैं, हवा नाल लहरांदा भी है, अपनी होंद नूं प्रगट भी करता है। पर साहिब कहते भीतन विच सुआओ। डोडी नूं तोड़ के देखिए, अंदर झाती मार के देखिए ते अंदर राख होंदी है, सुआह होंदी है। गुरु तो वे मुख होया मनुख भी फलीभूत ते होंदा है, धन करके भी फलीभूत होंदा है। और उसका फलीभूत होना चारों पासे दिखाई भी देंदा है, वे ते बहुत फलीभूत होया। ऐसा नहीं है कि भगत फलीभूत होंदे ने, नास्तिक भी फलीभूत होंदे ने। ऐसा नहीं कि दयालु फलीभूत होंदे ने, बल्कि जालिम भी फलीभूत होंदे ने। सिर्फ ऐसा ही नहीं कि अध्यात्मक ज्ञानी ही फलीभूत होंदे ने, महा अज्ञानी भी फलीभूत होंदे ने। और ये जरूरी नहीं कि सिर्फ देवते ही फलीभूत होंदे ने, राक्षस भी फलीभूत होंदे ने, दैंत भी फलीभूत होंदे। लाजमी नहीं है कि शरीफ मनुख ही फलीभूत होंदे ने, बल्कि शैतान भी फलीभूत होंदे ने। पर शैतान का फलीभूत होना, राक्षस का फलीभूत होना, नास्तिक का फलीभूत होना इंज है। साहिब कहते जैसे किसी छुट्टे तिल वह छुट्टे खेत दे च, बिना मालिक दे खेत दे च कोई बूटा उगया है तिल दा, मालिक कोई नहीं है, निखसम है। हकीकत है कि मालिक ना होवे ते चिंतावां बहुत सहेड़ लेंदियां। भाई हीर सिंह ने तदी ते कह दिता है, हे ईश्वर मैं तेरे पिंजरे दे च रह के ही खुश हाँ। क्यों? एक ते बिल्ली दा डर गया, दूजा रिज़क दी चिंता,
रोजी की चिंता ये भी गई। हे ईश्वर, हे परमात्मा, कितना ही चंगा होवे कि मैं तेरे हथ दे पिंजरे विच कैद होवां, निश्चिंत हो जावां। दरअसल परमात्मा की कैद भी एक महान सुतंत्रता है ते संसार की महान सुतंत्रता भी एक महान कैद है। हकीकत है, ये गल वखरी है कि सुतंत्रता की प्यास मनुख के प्राणों विच है, पर जगत दे सुतंत्र रहिंदा होया भी मनुख कैद है। असी रोज मनुख तो सुनते हैं, की करा मैं मजबूर हाँ, की करा मैं मजबूर हाँ। ते मजबूर हाँ ऐसा कहना इस गल का सबूत है कि तू कैद विच है, तू गिरफ्त विच है, तू पकड़ विच है, तू सुतंत्र नहीं। और ये मजबूरी जिंदगी की हर थां ते प्रगट होंदी है। किधरे समाज के तल ते, किधरे अर्थ व्यवस्था के तल ते, किधरे राजनीतिक तल ते बंदा कह देंदा है मैं मजबूर हाँ। किधरे रोग के तल ते, किधरे सोग के तल ते मनुख कह देंदा है मैं मजबूर हाँ, मेरा वस नहीं चलता। और यही गल एक कैदी कह देंदा है मैं मजबूर हाँ, पिंजरे च डके होया। मजबूरियां अलग अलग हो सकदियां ने, ये जेलां वख-वख हो सकदियां ने, लेकिन हैं सारे कैदी। मजबूरियां वख-वख हो सकदियां ने, पर मजबूर सारे ही ने। पर जिहड़ा एक दफा परमात्मा की कैद दे चला जाता है, परमात्मा के पिंजरे की कैद दे चला जाता है, उहदी याद, उहदे सिमरन, उहदे भरोसे, उहदे सिदक ते उसकी होंद की कैद दे जद अपने आप को कोई लीन कर लेंदा है ते महान सुतंत्रता का फल उसकी झोली दे पैंदा है। इंज कह लो, जो जप तप के नियम दे, जो महापुरुषों के बनाए हुए नियम दे अपने आप को गिरफ्त कर लेंदा है, सच्ची सुतंत्रता का आनंद उही माणदा है। पूर्ण तौर पर मोक्ष का आनंद उही माणदा है। साहिब कहते हैं फल दे फुल दे ते नास्तिक भी ने, दुष्ट लोग भी फलीभूत होंदे ने। सिर्फ ऐसा ही नहीं है कि शरीफ बंदे, सियाणे बंदे, दानी बंदे, गुणवान बंदे फलीभूत होंदे ने, नहीं, नास्तिक भी फलीभूत होंदे ने। ऐसा नहीं कि अंब दा दरख्त ही फलीभूत होंदा है, अक दे दरख्त भी फलीभूत होंदे ने। सिर्फ ऐसा नहीं कि अंगूरां दी शाखां नूं ही, बेलां नूं ही अंगूर लगदे ने, फल लगदे ने, बल्कि कंडियाली झाड़ियां नूं भी फल लगदे ने। सिर्फ ऐसा ही नहीं कि अमरूद नूं ही फल लगदे ने, निम नूं भी फल लगदे ने। पर फर्क सिर्फ इतना है, एक नूं मिठे फल लगदे ने, एक नूं कौड़े फल लगदे ने। एक दे फल अमृत रस नाल भरे हुए ने, एक दे फल जहर दे नाल भरे हुए ने। लिहाजा भगत भी फलीभूत होंदे ने, नास्तिक भी फलीभूत होंदे ने। गुरु नूं भुला के, गुरु तो दूर रह के जिहड़े फलीभूत होंदे ने, साहिब कहंदे ने उन्हां दा फलीभूत होना इंज है, फलिए फुलिए बपुड़े भी तन विच सुआव। वो फलदे ने, फुलदे ने, लेकिन अंदर उन्हां दे सुआह हुंदी है, गिरी नहीं हुंदी, रस नहीं हुंदा, फल नहीं हुंदा। जिवें वो छुट्टड़ तिल, बुआड़ तिल, ओनू खोलिए ते अंदर तिल नहीं है, अंदर गिरी नहीं है, राख है, वो अंदरों जलिया होया है। इसी तरीके नाल सी फलीभूत होंदा ते देखदे हैं कईयां नूं बड़ सुंदर वस्त्र पहने हुए ने, औलाद है, धन है, संपदा है, जस है, मान मर्यादा है, पर थोड़ा जिहा सीना चीर के वेखिए अंदरों जलिया होया है, अंदरों सड़िया होया है। और इतना जलिया है, इतना सड़िया है कि बेचैनी बाहर आके पैंदी पई है, सेक बाहर आके जो है निकलते पे ने, प्रगट हो रहे ने। तो प्रथम ये जिहड़े श्लोक आशा दीवार दियां इन्हां महान पौड़ियां नाल जो जुड़े हुए ने, इहदे च गुरु की महिमा, गुरु की उपमा है। और गुरु नूं महान ज्योति आख्या गया है। गुरु महान सूरज है, गुरु महान चंद्रमा है, जिहदी रोशनी दे च अपने आप का पता चलता है, अपनी होंद का पता चलता है, अपनी कालख का पता चलता है, ते अपनी कालख नूं दूर करने की समर्था प्रदान होंदी है गुरु ज्योति करके, गुरु बख्शिश करके, गुरु रहमत करके। गुरु नानक दे घर नूं ही गुरु घर आख्या जाता है। वख-वख जिहड़ियां जगत दे संप्रदावां प्रगट होईयां, उन्हां दे च गुरु नानक ने जिस संप्रदा नूं जन्म दिता, उसनूं ते आख्या ही जाता है गुरु घर। ते गुरु घर दे जो आ गया वो शिष्य हो जाता है, वो सिख हो जाता है। ते जिहड़ा गुरु दी विचार नूं अपनी झोली च पा लैंदा है, वो फिर इस ढंग नाल फलीभूत होंदा है कि फल भी मिठे। साहिब श्री गुरु नानक देव जी महाराज ने इन्हां श्लोकां दे गुरु की उपमा कीती है। पौड़ी दे
जो विचार है वो अगां इस प्रकार है। पौड़ी आपी ने आप साजियो, आपी ने रचियो नाम, दुई कुदरत साजिए, कर आसन डिठो चाओ। दाता करता आप तू, तुस देवे करे पसाओ। तू जानो ही सब से, दिल ऐसे जिंद को आओ। कर आसन डिठो चाओ, कर आसन डिठो चाओ। आसा दीवार दी पहले पातशाह जी की उचारण की थी ये पहली पौड़ी, जिस दे एक मूल प्रश्न नूं सतगुरु देव जी महाराज अखे रख के उसका उत्तर देंदे ने। धार्मिक दुनिया विच ते आम संसारिक दुनिया च एक प्रश्न आम चल रहा है कि परमात्मा ने सब कुछ बनाया है तो फिर परमात्मा नूं किसने बनाया है। जे खुदा ने सब कुछ बनाया है तो फिर खुदा नूं बनाने वाला भी कोई होवेगा। जद एक तर्क खड़ी की जाती है कि करते तो बिना कृत नहीं, तो फिर हर चीज का करता होना चाहिए, हर वस्तु ते हर हस्ती का करता होना चाहिए। इस संबंध विच काफी बहस मुबासे आदि काल तो ही चले आ रहे हैं कि पहले मुर्गी सी या पहले अंडा होया है। ये मसला त्यों दा त्यों ही पिया है, जिसनों एक उर्दू दा शायर ऐसा कहता है, हजारों साल फिलॉसफी की तना तनी रही, पर खुदा की बात जहां पे थी वहीं पे रही। साहिब श्री गुरु नानक देव जी महाराज अजीम चिंतक ने, विचारक ने, दार्शनिक ने, और इस सवाल नूं आप इस ढंग नाल हल करते ने, आप ही ने आप साजियो, आप ही ने रचियो ना। उन्हें अपनी साजना आप की है, उन्हें अपनी बनतर आप बनाई है। तू सूक्ष्म हुआ अस्थूले, सूक्ष्म तो आप स्थूल होया है। किवें होया है, किस तरह होया है, इसनूं अत कथन कह दिता है, अति प्रश्न कह दिता है। ये प्रश्न कोई प्रश्न नहीं कि वो किवें फैले है, किवें पसरे है, ये अति प्रश्न है। इतना जरूर है कि उन्हें अपनी साजना आप की है। जिंदगी दे बहुत पहलुआं दे च मनुख कई दफा अति प्रश्न करता है, तो जो अति प्रश्न है वास्तविक उसका कोई उत्तर नहीं। साहिब श्री गुरु नानक देव जी महाराज ये फरमान करते हैं, उन्हें अपनी साजना आप की है। ऐसा इतिहास विच आउंदा है कि साहिब श्री गुरु नानक देव जी महाराज जब इराक देश के भ्रमण करन ते गए, गुरु नानक देव जी महाराज का भ्रमण 9 खंड पृथ्वी का है। जद कदी संसार की दौलत बहुती मिलती है मनुख नूं, तां उहनूं समेटण का, संग्रह करन का ते छुपाण का जज्बा भी नाल पैदा होंदा है। पर जद अध्यात्मक की दौलत मिलती है, रब्बी दौलत मिलती है, रूहानी दौलत मिलती है, तां फिर मनुख के अंदर इस जज्बे का जन्म होंदा है कि उन्होंने मैं वंडना है, उन्होंने मैं तकसीम करना है। दुनियावी दौलत जे बहुती वंडी है खत्म होंदी है, घटती है। अध्यात्मक दौलत जितनी वंदी है उतनी ही वधती है। जितनी तकसीम करिए उतना ही वादा होंदा है। ये उसे दा ही जिक्र है कि खावो खर्चो रल मिल भाई, टोट ना आवे वध दो धाई। वास्तविक धन वही धन है जिदे वंडदियां वधे, जो वंडदियां घटदा है वो धन नहीं। इस वास्ते नाम नूं भगत जना ने परम धन आख्या।
ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ। ਅਕਸਰ ਧਨ ਬਹੁਤਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਧ ਤੋਂ ਵੱਧ ਅਗਰ ਵੰਡੇਗਾ ਵੀ ਸਹੀ ਮਜਬੂਰ ਹੋ ਕੇ ਤਾਂ ਪਰਿਵਾਰ ਦੇ 'ਚ ਹੀ ਵੰਡੇਗਾ, ਪੁੱਤਰਾਂ 'ਚ ਵੰਡ ਦੇਗਾ, ਭਰਾਵਾਂ ਦੇ 'ਚ ਵੰਡ ਜਾਏਗਾ। ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰੱਥਾ ਹੈ, ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਆਉਂਦਾ ਹੈ ਤਾਂ ਸਿਰਫ ਪਰਿਵਾਰ ਦੇ 'ਚ ਨਹੀਂ ਵੰਡਦਾ, ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਿਥਵੀ ਦੇ 'ਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ। ਇਰਾਕ ਦੇ 'ਚ ਜਦ ਆਪ ਨੇ ਸਤਨਾਮ ਦੀ ਬਾਂਗ ਦਿੱਤੀ, ਬਾਂਗ ਇਸ ਲਈ ਕਹਿ ਰਿਹਾ ਕਿ ਬਾਂਗ ਦੀ ਤਰਜ਼ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਦ ਹੁਆ ਜਾਨਾ। ਐਸੀ ਬਾਂਗ, ਐਸੀ ਸਦਾ ਕਿ ਲੋਕਾਂ ਦੇ ਮਨ ਸੁਨ ਹੋ ਗਏ। ਜਿੱਥੇ ਵਿਚਾਰ ਸ਼ਾਂਤ ਹੋ ਜਾਣ, ਫੁਰਨੇ ਰੁਕ ਜਾਣ, ਉਸ ਨੂੰ ਕਹਿੰਦੇ ਨੇ ਸੁਨ ਅਵਸਥਾ, ਸੁਨ ਸਮਾਦ। ਜੈਸੇ ਸਰੀਰ ਦੇ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁੰਨ ਹੋ ਗਿਆ। ਮਨ ਦੇ ਵਿੱਚ ਵਿਚਾਰ ਰੁਕ ਜਾਣ ਤਾਂ ਮਨ ਸੁੰਨ ਹੋ ਗਿਆ। ਇੱਕ ਬਾਂਗ ਨਾਲ ਜਿਨ੍ਹਾਂ ਦੇ ਮਨ ਸੁੰਨ ਹੋ ਗਏ, ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁੰਨ ਹੋ ਗਏ, ਉਸ ਆਵਾਜ਼ ਦੇ ਵਿੱਚ ਕਿਤਨੀ ਕਸ਼ਿਸ਼ ਸੀ, ਉਸ ਆਵਾਜ਼ ਦੇ ਵਿੱਚ ਕਿਤਨਾ ਜਾਦੂ ਸੀ, ਉਸ ਆਵਾਜ਼ ਦੇ ਵਿੱਚ ਕਿਤਨਾ ਰੂਹਾਨੀ ਗਿਆਨ ਸੀ ਤੇ ਕਿਤਨਾ ਰੂਹਾਨੀ ਆਨੰਦ ਸੀ। ਭਾਈ ਸਾਹਿਬ ਕਹਿੰਦੇ ਨੇ ਸੁਨ ਮੁਨ ਨਗਰੀ ਹੋ ਗਈ, ਸਾਰੇ ਆਪਣੇ ਆਪ ਦੇ ਲੀਨ ਹੋ ਗਏ। ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ। ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਹੈ ਸੁਨ ਹਿਰਦਿਆਂ ਚੋਂ, ਸੁਨ ਮਨ ਦੇ ਚੋਂ। ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ 'ਚ ਬਰਕਤ ਹੁੰਦੀ ਹੈ, ਉਹਦੇ 'ਚ ਤਾਕਤ ਹੁੰਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ, ਦੂਜਿਆਂ ਦੇ ਮਨ ਨੂੰ ਵੀ ਉਹ ਸੁਨ ਕਰ ਦੇਵੇ। ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੁਆਲੇ ਹੋਇਆ। ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ, ਜਿੱਥੇ ਅੰਮ੍ਰਿਤ ਹੁੰਦੀ ਹੈ, ਜਿੱਥੇ ਅੰਮ੍ਰਿਤ ਦੇ ਸਾਗਰ ਨੇ, ਉੱਥੇ ਜ਼ਹਿਰ ਵੀ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ। ਸ਼ਰਈ ਮਨੁੱਖ ਤੇ ਸ਼ਰਾ ਦੀ ਕੁਰਤਨ ਨਾਲ ਭਰੇ ਹੋਏ ਜਿਹੜੇ ਲੋਕ ਨਾ ਸਨ, ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ, ਜੋ ਇਰਾਕ ਦੇ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਦੇ ਵਿੱਚ ਦੀਨੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ, ਆਲੇ ਦੁਆਲੇ ਮਜਮਾ ਲੋਕਾਂ ਦਾ। ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ। ਆਖਿਆ, ਐ ਹਿੰਦੀ ਫਕੀਰ, ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ, ਜਦੋਂ ਦੀ ਮੈਂ ਇਬਾਦਤ ਕਰ ਰਿਹਾ, 3 ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ? ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ? ਦੂਸਰਾ ਸਵਾਲ ਹੈ, ਖੁਦਾ ਰਹਿੰਦਾ ਕਿੱਥੇ ਹੈ? ਤੇ ਤੀਸਰਾ ਸਵਾਲ ਹੈ, ਖੁਦਾ ਕਰਦਾ ਕੀ ਹੈ? ਸਵਾਲ ਇੱਕ ਬੋਝ ਹੁੰਦਾ ਹੈ, ਪ੍ਰਸ਼ਨ ਇੱਕ ਭਾਰ ਹੈ, ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ। ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਵਿੱਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ ਹੈ। ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ। ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਯੂਸੀ ਤੇ ਮੁਰਦਮੀ ਛਾ ਜਾਂਦੀ ਹੈ। ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ, ਪ੍ਰਸ਼ਨਾਂ ਦਾ ਬੋਝ ਉੱਤਰਾਂ ਦੇ ਨਾਲ ਹੀ ਉਤਰਦਾ ਹੈ। ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ
ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ, ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ। ਤੇ ਹੁੰਦਾ ਕੀ ਹੈ, ਸਹਿਜੇ ਸਹਿਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਹੀ ਦਬ ਕੇ ਰਹਿ ਜਾਂਦਾ ਹੈ। ਜ਼ਿੰਦਗੀ ਕੀ ਹੈ, ਜ਼ਿੰਦਗੀ ਕਿਉਂ ਹੈ, ਜ਼ਿੰਦਗੀ ਕਿੱਥੋਂ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ, ਇਹਨਾਂ ਦੇ ਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਇਹ ਜੀਵਨ। ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ, ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਹੈ। ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ, ਅੱਜ ਮੈਂ ਬੜਾ ਭਾਰੂ ਬੈਠਾ। ਭਾਰ ਕੀ ਹੈ? ਇੱਕ ਵਿਚਾਰ ਦਾ। ਭਾਰ ਕੀ ਹੈ? ਇੱਕ ਸਵਾਲ ਦਾ। ਭਾਰ ਕੀ ਹੈ? ਇੱਕ ਪ੍ਰਸ਼ਨ ਹੈ। व्यापारिक दुनिया के अपने प्रश्न, राजनीतिक दुनिया के अपने प्रश्न, समाजिक दुनिया के अपने सवाल, ते धार्मिक दुनिया की अपनी जो है समस्या। पीर दस्तगीर ने कहा कि यह प्रश्न जो मैनू बार बार बोझल करता है वो ये है कि खुदा तो पहले की सी और खुदा नू किसने बनाया। जे सब कुछ खुदा ने बनाया है तो जे इस तर्क नू प्रबल मन लईए तो फिर खुदा नू बनाने वाला भी कोई होना चाहिए। दूसरा, आया खुदा रहिंदा किथे? ये प्रश्न भी क्यों उठता है कि दुनिया भर की मुख्तलिफ धार्मिक किताबां दे विच ते धार्मिक लोगों की जबानां तो निकले हुए बोलां दे विच यह आख्या गया है कि खुदा पताल दे विच है, सतवें आसमान दे विच है, बैकुंठ दे विच है, जन्नत दे विच है, कैलाश पर्वत दे विच है। गरज के इस तरह के अनेकों तरह के सवाल ने, उन्हां दा ये जवाब है कि लभो अगर खुदा नू तो सतवें आसमान ते लभो। मैं थोड़े दिन होए एक लतीफा पढ़ रहा सी। खुदा बहुत चिंता च, खुदा चिंता च, रब चिंता च, ऐसा ही एक विचारक ने खुदा दे बारे लिखा। देवते फरिश्तियां दा इकट्ठ परमात्मा दे आले दुआले होया, खुदा दे आले दुआले होया ते देवतियां ने पुछया भगवन चिंता केड़ी गल दी? चिंता इस गल दी है कि मनुख दी पहुंच बहुत वध गई है ते मैं सोचदा मैं कित्थे रवां, क्योंकि जिथे मनुख पहुंचेगा मनुख दी पहुंच ने हर थां नूं नरक बनाना है। क्योंकि अज तक जिथे जिथे मनुख पहुंचे है उन्हें नरक नूं जन्म दिता है और जिथे जिथे मनुख मौजूद है उत्थे उत्थे नरक ही है। इस वास्ते मनुख ने भी मान लिया है कि स्वर्ग किसी होर थां ते होवेगा, किसी उच्ची थां ते होवेगा। कम से कम जिथे मैं हाँ उत्थे ते नरक है, चाहे वह मनुख पहाड़ ते है ते चाहे वह मनुख जमीन ते है, चाहे वह मनुख किसी थां ते भी रह रहा है, उसने हर थां नूं नरक बनाया होया है और उसने नरक मन भी लिया है। इस वास्ते स्वर्ग की कल्पना वो किधरे सतवें आसमान ते कर बैठता है या सतवें पताल विच कर बैठता है या कैलाश पर्वत ते कर बैठता है या किसी होर गैबी थां ते। तो परमात्मा का यह प्रश्न देवतियां दे अगों मैं कित्थे वसां, किस थां ते वसां जिथे मनुख ना पहुंचे। और यह हकीकत है कि सारी पृथ्वी दे जिस जिस थां ते मनुख है उत्थे मनुखां दा जीवना ते हराम हो गया है, पशुआं दा जीवना भी हराम हो गया है। पशु भी बेजार ने, पशु भी दुखी ने और पशु भी दुखी ने पशुआं करके नहीं, पशु दुखी ने मनुखा करके, मनुख दुखी ने मनुखा करके। चारों पासे जो नरक का वातावरण है ये केवल मनुख करके है। तो मैं ऐसी थां ते वसना चाहना जिथे मनुख ना पहुंचे। फरिश्तियां ने कहा खुदावन ताला तू सागर दिस जा वस। ते भगवान ने हस के आख्या नहीं, सागर तक उदी गहराई तक मनुख की पहुंच हो जाएगी। तू चंद्रमा ते जा वस, नहीं उत्थे तक भी मनुख पहुंच जाएगा। तू पहाड़ां दियां उचियां चोटियां ते जा बैठ, नहीं वो भी बंदे ने सर कर लेनियां ने, उत्थे भी मनुख ने जाके पहुंच जाना है।
फिर ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ। ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ, ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ, ਉਹ ਬਾਹਰ ਹੀ ਲੱਭਦਾ ਰਹੇਗਾ, ਮੇਰੇ ਤੱਕ ਪਹੁੰਚੇਗਾ ਹੀ ਨਹੀਂ, ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਏਗੀ। ਲੱਭਦਾ ਹੀ ਪਿਆ। ਹੁਣ ਆਦਿ ਕਾਲ ਤੋਂ ਮਨੁੱਖ ਕੋਈ 7ਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਸਾਗਰ ਦੇ ਗਹਿਰੇ ਤਲ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਦਰਿਆਵਾਂ ਦੇ ਵਹਿਣ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਪਵਨ ਦੀ ਛਾਂ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ, ਬਾਹਰ ਕਿਉਂ ਭਟਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ, ਬਾਹਰ ਟੋਲੇ ਸੋ ਭਰਮ ਬੁਲਾਏ। ਆਪਣੇ ਤੋਂ ਬਾਹਰ ਜਿਹੜਾ ਲੱਭਣਾ ਹੈ ਉਹ ਪਦਾਰਥ ਹੀ ਹੈ, ਉਹ ਪਰਮਾਤਮਾ ਨਹੀਂ ਹੈ। ਉਹ ਵਸਤੂ ਹੋਵੇਗੀ, ਉਹ ਵਾਸਦੇਵ ਨਹੀਂ ਹੈ। ਉਹ ਸੰਸਾਰ ਹੋਵੇਗਾ, ਉਹ ਨਿਰੰਕਾਰ ਨਹੀਂ ਹੈ। ਉਹ ਧਨ ਹੋਵੇਗਾ, ਉਹ ਪਰਮ ਧਨ ਨਹੀਂ ਹੈ। ਉਹ ਪਦ ਪ੍ਰਤਿਸ਼ਠਾ ਹੋਵੇਗੀ, ਉਹ ਪਰਮ ਪਦ ਨਹੀਂ ਹੈ। ਸੋ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ, ਖੁਦਾ ਨੂੰ ਕਿਸ ਨੇ ਬਣਾਇਆ ਹੈ? ਖੁਦਾ ਤੋਂ ਪਹਿਲੇ ਕੀ ਸੀ? ਖੁਦਾ ਰਹਿੰਦਾ ਕਿੱਥੇ ਹੈ? ਔਰ ਖੁਦਾ ਕਰਦਾ ਕੀ ਹੈ? ਪ੍ਰਸ਼ਨ ਅਜ਼ੀਮ ਨੇ, ਖੁਦਾ ਦੇ ਸੰਬੰਧ ਵਿੱਚ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ, ਬਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ, ਸੋਨੇ ਦੀਆਂ ਮੋਹਰਾਂ ਨਿਛਾਵਰ ਕਰਦੇ ਨੇ, ਤੇ ਮੈਂ ਦੇਖਣਾ ਚਾਹੁੰਦਾ ਉਹਨਾਂ ਮੋਤੀਆਂ ਨੂੰ, ਲਿਆ ਥੋੜੇ। ਦਸਤਗੀਰ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ, ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ, ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਾਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ, ਹਿੰਦੀ ਔਲੀਆ ਹਜ਼ਰਤ ਬਾਬਾ ਨਾਨਕ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ 'ਚ ਮੋਤੀ ਮੰਗਾਏ, ਅੱਗੇ ਕੀਤੇ, ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ। ਦਸਤਗੀਰ ਹੈਰਾਨ ਹੋਇਆ, ਲੇਕਿਨ ਗਿਣਤੀ ਉਸਨੇ ਆਰੰਭ ਕੀਤੀ। 1 2 3 4 ਤੇ ਜੈਸੇ ਪਹੁੰਚਿਆ, ਸਤਿਗੁਰੂ ਨੇ ਬਾਂਹ ਪਕੜ ਲਈ, ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ, ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ, ਤੈਨੂੰ ਗਿਣਤੀ ਨਹੀਂ ਆਉਂਦੀ। ਦਸਤਗੀਰ ਕਹਿੰਦਾ, ਮਹਾਰਾਜ ਗਿਣੇ ਤੇ ਮੈਂ 4 ਹੀ ਨੇ। ਸਤਿਗੁਰੂ ਕਹਿਣ ਲੱਗੇ, ਹਾਂ ਇਹਨਾਂ 4 'ਚ ਹੀ ਤੂੰ ਭੁੱਲ ਕਰ ਗਿਆ, ਫਿਰ ਗਿਣਤੀ ਕਰ। ਉਹਨੇ ਫਿਰ ਗਿਣਤੀ ਆਰੰਭ ਕੀਤੀ, 1 2 3 4। ਸਤਿਗੁਰੂ ਨੇ ਫਿਰ ਬਾਂਹ ਪਕੜ ਲਈ, ਗਿਣਤੀ ਫਿਰ ਗਲਤ ਹੋ ਗਈ, ਫਿਰ ਤੂੰ ਭੁੱਲ ਗਿਆ, ਫਿਰ ਆਰੰਭ ਕਰ। ਅਦਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਹੈ, ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ਬਾਂਹ ਪਕੜਨਾ, ਮੈਂ ਕਿਹੜੀ ਥਾਂ ਤੇ ਭੁੱਲਦਾ ਉਸ ਥਾਂ ਦਾ ਮੈਨੂੰ ਪਤਾ ਚਲੇ। ਸਤਿਗੁਰੂ ਕਹਿਣ ਲੱਗੇ, ਠੀਕ। ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ 1, ਇੱਥੇ ਹੀ ਸਤਿਗੁਰੂ ਨੇ ਪਕੜਿਆ, ਆਖਿਆ ਨਹੀਂ ਗਿਣਤੀ 1 ਤੋਂ ਪਹਿਲੇ ਆਰੰਭ ਕਰ। 1 ਤੋਂ ਕਿਉਂ ਆਰੰਭ ਕਰਦਾ? ਗਿਣਤੀ 1 ਤੋਂ ਪਹਿਲੇ ਸ਼ੁਰੂ ਕਰ, 1 ਤੋਂ ਕਿਉਂ ਸ਼ੁਰੂ ਕਰਦਾ ਹੈ? ਤੋ ਦਸਤਗੀਰ ਕਹਿਣ ਲੱਗਾ, ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ, ਐਸੇ ਕਿਸ ਤਰ੍ਹਾਂ ਹੋ ਸਕਦਾ ਹੈ? 1 ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ, ਗਿਣਤੀ ਤੇ 1 ਤੋਂ ਹੀ ਆਰੰਭ ਕਰਨੀ ਪਏਗੀ। तो गुरु नानक देव जी महाराज कहने लगे, खुदा तो पहले कुछ भी नहीं, सारे पसारे दी होंद खुदा तो ही शुरू होती है। खुदा मूल है, एका मूल है। इस वास्ते गुरु नानक दा कलाम एक तो शुरू होता है। गुरु ग्रंथ साहब जी महाराज दा पहला अक्षर एक है, ते गुरु ग्रंथ साहब जी महाराज दी सारी बाणी उस एक दी परिक्रमा कर दी है जो गुरु ग्रंथ साहब जी महाराज दे मूल दे है। गुरु ग्रंथ साहब दी बाणी एक ओंकार एक तो शुरू होती है, एक तो आरंभ होती है। ये एक जगत दा मूल है, ये एक जगत दी बुनियाद है। दस्तगीर नूं तसल्ली हुई, मन नूं ढारस मिली, किसी अनुभवी पुरुष और रंगी हुई आत्मा तो सवालों का जवाब मिलिया।
ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ। ਦੂਜਾ ਸਵਾਲ ਅੱਗੋਂ ਰੱਖ ਦਿੱਤਾ, ਮਹਾਰਾਜ ਐਸਾ ਜਿਹੜਾ ਖੁਦਾ ਹੈ, ਜੋ ਜਗਤ ਦਾ ਮੂਲ ਹੈ, ਸੰਸਾਰ ਦਾ ਮੂਲ ਹੈ, ਰਹਿੰਦਾ ਕਿੱਥੇ ਹੈ? ਕਿੱਥੇ ਤਲਾਸ਼ ਕਰੀਏ? ਕਿਉਂਕਿ ਇਸਲਾਮੀ ਜਗਤ ਵਿੱਚ ਆਮ ਕਲਪਨਾ ਹੈ ਕਿ ਉਹ 7ਵੇਂ ਆਸਮਾਨ ਤੇ ਹੈ, ਔਰ ਸਾਡੇ ਦੇਸ਼ ਦੇ ਵਿੱਚ ਵੀ ਮੁਖਤਲਿਫ ਇਸ ਸੰਬੰਧ ਵਿੱਚ ਰਾਵਾਂ ਨੇ। ਸਤਿਗੁਰੂ ਕਹਿਣ ਲੱਗੇ ਕਿ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ। ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰੂ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ, ਫਕੀਰ ਸਾਈਂ ਇਸ ਦੇ ਵਿੱਚ ਕੁਝ ਹੈ। ਘਬਰਾ ਗਏ। ਦਸਤਗੀਰ ਐਸਾ ਤੇ ਨਹੀਂ ਮੇਰੇ ਖਲੀਫਿਆਂ ਨੇ, ਮੇਰੇ ਚੇਲਿਆਂ ਨੇ ਕੁਝ ਵਿੱਚੇ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ, ਐ ਹਿੰਦੀ ਫਕੀਰ ਬਾਬਾ ਨਾਨਕ, ਇਹਦੇ ਚ ਕੁਝ ਵੀ ਨਹੀਂ, ਇਹ ਪਾਕ ਸ਼ੀਰ ਹੈ, ਇਹ ਪਵਿੱਤਰ ਦੁੱਧ ਹੈ। ਸਤਿਗੁਰੂ ਕਹਿੰਦੇ ਨੇ, ਇਸ ਦੇ ਪਾਕ ਹੋਣ ਤੇ, ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ, ਪਰ ਇਸ ਦੇ ਚ ਕੁਝ ਨਹੀਂ ਹੈ, ਇਹ ਮੈਂ ਮੰਨਣ ਨੂੰ ਤਿਆਰ ਨਹੀਂ। ਇਹਦੇ ਚ ਕੁਝ ਹੈ। ਤੋ ਦਸਤਗੀਰ ਕਹਿੰਦਾ ਕੀ ਹੈ? ਸਤਿਗੁਰੂ ਕਹਿੰਦੇ ਨੇ ਘਿਓ ਹੈ। ਤੇ ਹੁਣ ਤੂੰ ਦੱਸ ਕਿੱਥੇ ਹੈ ਕਿ ਨਹੀਂ? ਦਸਤਗੀਰ ਕਹਿੰਦਾ ਘਿਓ ਤੇ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦੱਸ? ਮਹਾਰਾਜ ਹੈ ਤੇ ਸਹੀ, ਪਰ ਦਿਖਾਈ ਨਹੀਂ ਦਿੰਦਾ। ਹੈ ਤੇ ਸਹੀ, ਪਰ ਦ੍ਰਿਸ਼ਟੀ गोचर नहीं होता। सगल बनस्पत में बैसंतर, सगल दूध में घिया, ऊंच नीच में जोत समानी, घट घट माधो जिया। जिवें दुध दे जर्रे जर्रे दे कण कण विच घिओ है, जगत दे जर्रे जर्रे दे वो प्रभु आप है, वो करता पुरख आप है। जितनी उसकी बनतर है, जितनी उसकी कृत है, वो सारी कृत दे आप बैठा होया। फिर दस्तगीर ने प्रश्न किया, महाराज ऐसा जिहड़ा परमात्मा इतना शक्तिशाली, वो करदा की है? उहदा धंधा की है? उहदा कम की है? आखिर शक्ति दा वेग, शक्ति दा कम है कुछ करना, उहदा धंधा की है? आखिर उसकी कोई कृत भी होगी, आखिर उसका कोई धंधा भी होगा, सारियां विच बैठ के वो की करता है? सतगुरु कहते ने, दस्तगीर तेरे सवाल बहुत सारे ने, कि तू ऐसे सवाल करता जाएगा, मैं जवाब देंदा जावांगा, पर मैं हुण सोचदा पिया तू खुदा दी तौहीन कर रहे हैं। क्योंकि खुदा दा रूप होंदा है, खुदा दा ज्ञान, खुदा दी असली तस्वीर होंदी है, उसदी विचार, ते तू उसदे विचारां दी, तू उसदे ज्ञान दी तौहीन कर रहे हैं। क्योंकि तू खुद सिंघासन ते बैठा है ते मेरे कोल विचार सुन रहे हैं, मैं थल्ले खड़ा। दस्तगीर दा मन काफी पिघल चुकिया सी। कहने लगा, फिर महाराज मैं की करा? सतगुरु कहने लगे, फिर तू ओही कर जो कुछ तेनू करना चाहिए। तू थल्ले आके बैठ, मैं सिंघासन ते बैठांगा, और सिंघासन ते बैठ के मैं तेनू सवालों का जवाब देंगा, जो नियम है, जो विधान है। दस्तगीर ने सोचिया सौदा सस्ता ही है, एकदम थल्ले आन बैठा, और सतगुरु सिंघासन ते जा बैठे। बैठते आई आप ते विस्मात तारी हो गया, आप हलूल कर गए, आप समाधि लीन हो गए। थल्ले बैठा दस्तगीर कहंदा है, महाराज छेती दसो खुदा करदा की है? मुस्कुरांदे हुए गुरु नानक ने नेत्र खोले, आखिया दस्तगीर खुदा यही कुछ करता है, जो सिंघासन ते बैठा होंदा है उन्होंने थल्ले ला छड़दा है, जो थल्ले होंदा है उन्होंने सिंघासन ते बिठा देंदा है। छिन में रंग राव को करे, राव रंग कर डारे, रीते भरे भरे सखनावे, ये तां को व्यवहार है। गुरु तेग बहादुर साहब जी महाराज कहते ने, उसका व्यवहार है, ये उसका धंधा है। खालियां नूं भर देंदा है, भरियां नूं खाली कर देंदा है। हासे दे च रोना पा देंदा है, रोने दे च हासा पा देंदा है। जिंदगी दे च मौत पा देंदा है, फिर मौत दे च जिंदगी पा देंदा है। नफे दे च नुकसान पा देंदा है, नुकसान दे च फिर नफा पा देंदा है। इज्जत दे च बेइज्जती नूं जन्म दे देंदा है, और फिर बेइज्जती दे च इज्जत पैदा हो जाती है। इस ढंग दा ये उस प्रभु दा धंधा है, खालियां नूं भरना, भरियां नूं खाली कर देना, फिर भर देना, फिर खाली कर देना। ये उस प्रभु दी एक लीला है,
ਇਹ ਉਸ ਪ੍ਰਭੂ ਦਾ ਇੱਕ ਧੰਦਾ ਹੈ, ਇਹ ਉਸ ਪ੍ਰਭੂ ਦਾ ਇੱਕ ਕੰਮ ਹੈ। ਦਸਤਗੀਰ ਗੁਰੂ ਨਾਨਕ ਦੇ ਪੈਰੀ ਆ ਕੇ ਪਿਆ। ਜਿਸ ਸਿੰਘਾਸਣ ਤੇ ਦਸਤਗੀਰ ਨੇ ਬਿਠਾਇਆ, ਇਹ ਅਮਰ ਸਿੰਘਾਸਣ ਅੱਜ ਤੱਕ ਵੀ ਬਣਿਆ ਹੋਇਆ ਹੈ, ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਦੇ ਵਿੱਚ, ਜੋ ਅੱਜ ਤੱਕ ਵੀ ਲੱਗੀ ਹੋਈ ਹੈ। ਮੋਟੇ ਹਰੂਫ ਦੇ ਵਿੱਚ ਉੱਤੇ ਲਿਖਿਆ ਹੋਇਆ ਹੈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ 4 ਬਾਰੀਕ ਲਾਈਨਾਂ ਨੇ ਪੁਰਾਣੀ ਅਰਬੀ ਦੇ ਵਿੱਚ, ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਹੈ ਕਿ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬਜ਼ ਹੋਈ। ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰਿਥਵੀ ਦੇ ਵਿੱਚ ਭਰਮਣ ਕਰਦੇ ਹੋਇਆ ਇਸ ਢੰਗ ਦੇ ਪ੍ਰਸ਼ਨ, ਇਸ ਢੰਗ ਦੇ ਜੋ ਸਵਾਲ ਸਨ, ਉਹਨਾਂ ਦਾ ਜਵਾਬ ਦਿੰਦੇ ਰਹੇ। ਚਾਹੇ ਉਹ ਸਵਾਲ ਯੋਗੀ ਕਰਨ, ਚਾਹੇ ਹਰਿਦੁਆਰ ਦੇ ਬ੍ਰਾਹਮਣ ਕਰਨ, ਚਾਹੇ ਬਨਾਰਸ ਦੇ ਪ੍ਰੋਹਤ ਕਰਨ, ਚਾਹੇ ਮੱਕੇ ਦੇ ਹਾਜੀ ਕਰਨ, ਚਾਹੇ ਬਗਦਾਦ ਦੇ ਪੀਰ ਕਰਨ, ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦਿੰਦੇ ਗਏ। ਸਾਹਿਬ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਨੇ ਆਪਣੀ ਸਾਜਨਾ ਆਪ ਕੀਤੀ ਹੈ, ਉਸ ਦੀ ਸਾਜਨਾ ਕਿਸੇ ਦੂਸਰੇ ਤੀਸਰੇ ਨੇ ਨਹੀਂ ਕੀਤੀ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਉਹਨੇ ਆਪਣੀ ਹਸਤੀ ਆਪ ਹੀ ਰਚੀ, ਉਹਨੇ ਆਪਣੀ ਬਣਤਰ ਆਪ ਹੀ ਬਣਾਈ ਹੈ, ਉਹਨੇ ਆਪਣੀ ਤਾਕਤ ਆਪ ਹੀ ਪ੍ਰਗਟਾਈ ਹੈ। ਦੂਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਦੂਜਾ ਉਸਨੇ ਸੂਖਸ਼ਮ ਤੋਂ ਆਪਣੇ ਆਪ ਨੂੰ ਅਸਥੂਲ ਕੀਤਾ ਹੈ। ਕੁਦਰਤ, ਕਲਾ, ਇਹ ਪ੍ਰਕਿਰਤੀ, ਇਹਦੀ ਸਾਜਣਾ ਕਰਕੇ ਤੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਓ ਨਾਲ। ਰੇਤ ਦੇ ਜ਼ਰਰੇ ਚ ਵੀ ਬੈਠਾ ਹੈ, ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ ਹੈ, ਸਾਗਰ ਦੀਆਂ ਲਹਿਰਾਂ ਵਿੱਚ ਵੀ ਬੈਠਾ ਹੈ, ਪਹਾੜਾਂ ਦੀ ਬਰਫਾਨੀ ਚੋਟੀਆਂ 'ਚ ਵੀ ਬੈਠਾ ਹੈ, ਕੀੜੇ ਦੇ 'ਚ ਵੀ ਬੈਠਾ ਹੈ, ਹਾਥੀ ਦੇ 'ਚ ਵੀ ਬੈਠਾ ਹੈ। ਹਾਥੀ ਕੀਟੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਇਹ ਸਾਰੇ ਉਸ ਦਾ ਆਸਣ ਨੇ। ਹਰ ਆਸਣ ਤੇ ਉਹ ਬੈਠਾ ਹੈ, ਚਾਹੇ ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹੇ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ, ਚਾਹੇ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹੇ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ। ਇਹ ਹਰ ਆਸਣ ਦੇ ਉੱਤੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜਮਾਨ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ। ਤੂੰ ਜਿੱਥੇ ਇਸ ਸਭ ਕੁਛ ਦਾ ਕਰਤਾ ਹੈ, हे ਪ੍ਰਭੂ ਤੂੰ ਸਭ ਕੁਛ ਦਾ ਦਾਤਾ ਵੀ ਹੈ। ਟੁੱਟ ਕੇ ਪ੍ਰਸੰਨ ਹੋ ਕੇ ਤੂੰ ਹਰ ਜੀਵ ਨੂੰ ਖੁਸ਼ ਕਰਦਾ ਹੈ, ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਹੈ। ਐਸਾ ਤੂੰ ਦਾਤਾ ਹੈ, ਐਸਾ ਤੂੰ ਕਰਤਾ ਹੈ। ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕੋ ਆਓ। ਤੇ ਤੂੰ ਸਭ ਕੁਛ ਨੂੰ ਜਾਣਦਾ ਹੈ। ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ, ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ। ਤੂੰ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਹੈ। ਤੂੰ ਹਰ ਇੱਕ ਦਾ ਗੋਜ ਪਤਾ ਰੱਖਣ ਵਾਲਾ ਹੈ। ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ, ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੇ ਤੂੰ ਸਭ ਕੁਛ ਨੂੰ ਜਾਣਦਾ ਹੈ। ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕੋ ਆਓ। ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਣਾ ਹੈ, ਵਾਪਸ ਕਰ ਲੈਣਾ ਹੈ। ਕਰ ਆਸਣ ਡਿਠੋ ਚਾਓ। ਜਿੰਦ ਦੇ ਵਿੱਚ ਵੀ ਬੈਠ ਕੇ ਔਰ ਸਰੀਰ ਦੇ ਵਿੱਚ ਵੀ ਬੈਠ ਕੇ ਤੂੰ ਚਾਓ ਨਾਲ ਜਗਤ ਨੂੰ ਵੇਖਦਾ ਹੈ, ਜਿੰਦ ਨੂੰ ਵੇਖਦਾ ਹੈ, ਸਰੀਰ ਨੂੰ ਵੇਖਦਾ ਹੈ, ਜ਼ਰਿਆਂ ਨੂੰ ਵੇਖਦਾ ਹੈ, ਸਾਗਰ ਨੂੰ ਵੇਖਦਾ ਹੈ, ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ ਹੈ, ਪ੍ਰਕਿਰਤੀ ਨੂੰ ਵੇਖਦਾ ਹੈ। ਹਰ ਆਸਣ ਦੇ ਉੱਤੇ ਤੂੰ ਬਿਰਾਜਮਾਨ ਹੈ। ਪਰ ਇਸ ਤਰੀਕੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਇਸ ਪੌੜੀ 'ਚ ਫਰਮਾਨ ਕਰਦੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਨਾ ਹੈ ਔਰ ਆਪਣੇ ਆਪ ਦੇ ਵੀ ਉਸਨੇ ਹੀ ਸਾਜਨਾ ਕੀਤੀ ਹੈ। ਇਸਨੇ ਆਪਣੀ ਸਾਜਨਾ ਆਪ ਕੀਤੀ।